ਸਾਡੇ ਵਾਸਤੇ ਹੁਣ ਸੜਕਾਂ ਹੀ ਬਦਲੀਆਂ ਗਈਆਂ ਕਿ ਕਿਹੜੇ ਸ਼ਹਿਰ ਦੀਆਂ। ਬਾਦਲਾਂ ਵੇਲੇ ਉਹਨਾਂ ਦੇ ਬਠਿੰਡਾ 'ਚ ਕਰਦੇ ਰਹੇ, ਲੰਬੀ 'ਚ ਜਾਂਦੇ ਰਹੇ, ਫਿਰ ਉਸ ਤੋਂ ਬਾਅਦ ਚੰਨੀ ਸਾਹਿਬ ਆ ਗਏ, ਕੈਪਟਨ ਵੇਲੇ ਆ ਗਏ। ਹੁਣ ਬਸ ਅਸੀਂ ਸੰਗਰੂਰ ਜਾਂ ਮੀਤਹਿਰ ਦੇ ਬਰਨਾਲਾ ਤੱਕ ਜਾਵਾਂਗੇ। ਬਰਨਾਲੇ ਦੀਆਂ ਟੈਂਕੀਆਂ ਸਾਡਾ ਇੰਤਜ਼ਾਰ ਕਰ ਰਹੀਆਂ ਜਾਂ ਸੰਗਰੂਰ ਦੀਆਂ ਟੈਂਕੀਆਂ ਸਾਡਾ ਇੰਤਜ਼ਾਰ ਕਰ ਰਹੀਆਂ। ਸਾਡੇ ਲਈ ਸ਼ਹਿਰ ਬਦਲਿਆ, ਹੋਰ ਕੁਝ ਨਹੀਂ ਬਦਲਿਆ। ਸਾਡੀ ਹਾਲਤ ਪਹਿਲਾਂ ਤੋਂ ਵੀ ਬਦਤਰ ਹੋਈ ਆ। ਜਦੋਂ ਅਸੀਂ 35-40 ਸਾਲਾਂ ਦੇ ਅੱਜ ਅਸੀਂ ਹੋ ਗਏ, ਅੱਜ ਅਸੀਂ ਸੜਕਾਂ ਤੇ ਖੜੇ ਆਂਗੇ। ਅਸੀਂ ਨਵੀਂ ਪਨੀਰੀ ਨੂੰ ਕਿਵੇਂ ਕਹਿ ਸਕਦੇ ਵੀ ਉੱਥੇ ਆਪਦੀ ਜ਼ਿੰਦਗੀ ਖਰਾਬ ਕਰਨ। ਅਸੀਂ ਤਾਂ ਆਪ ਚਾਹੁੰਦੇ ਹਾਂ ਵੀ ਉਹ ਬਾਹਰ ਜਾਣ, ਘੱਟੋ ਘੱਟ ਬਾਹਰਲੇ ਦੇਸ਼ 'ਚ ਉਹਨਾਂ ਨੂੰ ਰੋਟੀ ਜੋਗੇ ਪੈਸਾ ਦਿੰਦੇ ਨੇ। ਅਸੀਂ ਤਾਂ ਸੜਕਾਂ ਤੇ ਫਿਰ ਰਹੇ ਹਾਂਗੇ, ਸਾਨੂੰ ਕੀ ਮਿਲ ਰਿਹਾ? ਸਾਡੀ ਕੀ ਗਲਤੀ ਸੀਗੀ ਵੀ ਅਸੀਂ ਪੜ੍ਹੇ? ਮੈਂ 40 ਸਾਲ ਦੀ ਹੋ ਗਈ, ਮੈਂ 40 ਸਾਲ ਦੀ ਹੋ ਕੇ ਨਵੇਂ ਬੱਚਿਆਂ ਨਾਲ ਕੰਪੀਟੀਸ਼ਨ ਕਰਕੇ ਮੈਂ ਫਸਟ ਪੋਜੀਸ਼ਨ ਲਈ ਲਾਇਬ੍ਰੇਰੀ ਸਾਇੰਸ ਦੇ ਸਬਜੈਕਟ ਦੇ ਵਿੱਚੋਂ। ਪਰ ਮੈਂ ਅੱਜ ਇੱਥੇ ਹੈਗੀ। ਕੀ ਮਿਲਿਆ ਸਾਨੂੰ ਜ਼ਿੰਦਗੀ 'ਚ? ਮੈਂ ਆਪਦੇ ਬੱਚਿਆਂ ਨੂੰ ਕਦੇ ਵੀ ਨਹੀਂ ਕਹੂੰਗੀ ਪੰਜਾਬ 'ਚ ਰਹਿਣਾ। ਉਹ ਜਿਹੜੀ ਵੀ ਸਰਕਾਰ ਆਉਂਦੀ ਆ ਸਕੂਲ ਦੇ ਮੁੱਦੇ ਨੂੰ ਚੱਕਦੀ ਆ। ਮੰਨਦੇ ਆ ਕਿ ਸਕੂਲ ਦਾ ਮੁੱਦਾ ਵੀ ਇੱਕ ਅਹਿਮ ਮੁੱਦਾ, ਲੇਕਿਨ ਜੇ ਤੁਸੀਂ ਹਾਇਰ ਐਜੂਕੇਸ਼ਨ ਨੂੰ ਪ੍ਰਮੋਟ ਹੀ ਨਾ ਕਰੋਗੇ, ਇੱਥੇ ਯੂਥ ਹੀ ਨਾ ਰਿਹਾ, ਤਾਂ ਕੀ ਅਗਲੀ ਜਨਰੇਸ਼ਨ ਜਦੋਂ ਇੱਥੇ ਜੰਮੀ ਨਾ ਪੰਜਾਬ ਦੇ ਵਿੱਚ, ਕਿ ਤੁਸੀਂ ਸਕੂਲਾਂ ਦਾ ਕਰੋਗੇ ਕਿ? ਮੈਨੂੰ ਇਹ ਦੱਸੋ। ਲੋਕਾਂ ਨੂੰ ਸਰਕਾਰਾਂ ਦੀ ਧੌਣ ਤੇ ਗੋਡਾ ਰੱਖਣਾ ਆਉਂਦਾਗਾ। ਜੇ ਸਰਕਾਰਾਂ ਨੂੰ ਇਹ ਵਹਿਮ ਆ ਕਿ ਅਸੀਂ ਚਾਲਾਂ ਲੂੰਬੜ ਚਾਲਾਂ ਨਾਲ ਲੋਕਾਂ ਨੂੰ 70 ਸਾਲ ਮੂਰਖ ਬਣਾ ਲਿਆ, ਹੁਣ ਉਹ ਲੋਕ ਨਹੀਂ ਰਹੇਗੇ। ਅਸੀਂ ਚੁਣੇ ਹੋਏ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਉਹ ਆਂਗੇ ਜਿਹੜੀਆਂ ਸਰਕਾਰ ਨੇ ਐਡਵਰਟਾਈਜ਼ਮੈਂਟ 'ਚ ਸ਼ਰਤਾਂ ਲਿਖੀਆਂ, ਜੋ ਵੀ ਪੇਪਰ ਲਿਆ, ਟੈਸਟ ਲਿਆ, ਅਸੀਂ ਉਹਨੂੰ ਮੈਰਿਟ ਦੇ ਨਾਲ ਪਾਸ ਕੀਤਾ। ਤਾਂ ਸਾਡਾ ਉਹਦੇ 'ਚ ਕਿਤੇ ਵੀ ਕਸੂਰ ਨਹੀਂ ਹੈਗਾ। ਜਿਹੜੇ ਰੁਜ਼ਗਾਰ ਪ੍ਰਾਪਤ ਵਿਅਕਤੀ ਸੀਗੇ ਕਿਸੇ ਸਕੂਲਾਂ 'ਚ ਜਾਂ ਕਾਲਜਾਂ 'ਚ ਕੱਚੀ ਨੌਕਰੀ ਤੇ ਜਾਂ ਪੱਕੀ ਨੌਕਰੀ ਤੇ, ਉਹਨਾਂ ਨੂੰ ਰਿਜ਼ਾਈਨ ਦੇ ਕੇ ਇੱਥੇ ਜੁਆਇਨ ਕਰਵਾਇਆ ਗਿਆ। ਤਾਂ ਇਹ ਪਹਿਲੀ ਭਰਤੀ ਬਣ ਗਈ ਜਿਹਨੇ ਰੋਜ਼ਗਾਰ ਨੂੰ ਖੋਹ ਕੇ ਇੱਕ ਬੇਰੁਜ਼ਗਾਰ ਕਰ ਦਿੱਤਾ ਗਿਆ। ਅਸੀਂ ਸਾਰੇ ਡੀਸੀਜ਼ ਨੂੰ ਜ਼ਿਲ੍ਹਿਆਂ ਦੇ ਨੂੰ ਉੱਥੇ ਅਸੀਂ ਮੰਗ ਪੱਤਰ ਦਿੱਤੇ ਆ ਕਿ ਸਾਨੂੰ ਇਹਨਾਂ ਨਾਲ ਗੱਲ ਕਰਨ ਦਾ ਸਮਾਂ ਤਾਂ ਦਿਵਾਇਆ ਜਾਵੇ। ਨਾ ਸਾਨੂੰ ਸਿੱਖਿਆ ਮੰਤਰੀ, ਨਾ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਨੂੰ ਕੋਈ ਸਮਾਂ ਨਹੀਂ ਦੇ ਰਹੇ ਹੈਗੇ। ਮੀਤਹਿਰ ਜੀ ਨੂੰ ਮੰਤਰੀ ਬੰਨਸਾਰ ਅਸੀਂ ਮਿਲੇ ਸੀ, ਉਹ ਕਹਿ ਰਹੇ ਸੀ ਕਿ ਮੈਂ ਅੱਜ ਹੀ ਤਾਂ ਬਣਿਆਗਾ ਤੇ ਮੈਂ ਬੜੀ ਜਲਦੀ ਤੁਹਾਨੂੰ ਹਫ਼ਤੇ 10 ਦਿਨ ਦੇ ਵਿੱਚ ਤੁਹਾਨੂੰ ਮੁਲਾਕਾਤ ਦਾ ਖੁੱਲ੍ਹਾ ਸਮਾਂ ਦਿੰਨਾ। ਪਰ ਅਸੀਂ ਉਹਨਾਂ ਦੀਆਂ ਕੋਠੀਆਂ ਦੇ ਬਾਹਰ ਬੈਠ ਕੇ ਵੀ ਆ ਗਏ ਹਾਂ, ਵੇਟ ਕਰਕੇ। ਪਰ ਸਾਨੂੰ ਜਾਣ ਬੁੱਝ ਕੇ ਇਗਨੋਰ ਕੀਤਾ ਜਾ ਰਿਹਾ। ਸਾਨੂੰ ਮਿਲਣ ਤੱਕ ਦਾ ਸਮਾਂ ਨਹੀਂ ਹੈਗਾ ਉਹਨਾਂ ਕੋਲ। ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਮੁੱਖ ਮੰਤਰੀ ਬਦਲੇ ਗਏ ਨੇ, ਪਰ ਜੋ ਧਰਨਾ ਲਾਉਂਦੇ ਨੇ ਉਹਨਾਂ ਦੀਆਂ ਸੜਕਾਂ ਉਹੀ ਨੇ। ਮੁੱਖ ਮੰਤਰੀ ਬਦਲੇ ਗਏ ਨੇ, ਪਰ ਜਿਹੜੇ ਧਰਨਾ ਲਗਾਉਂਦੇ ਸੀ ਮੁੱਖ ਮੰਤਰੀਆਂ ਦੇ ਘਰ ਅੱਗੇ ਅੱਜ ਵੀ ਮੌਜੂਦ ਹੁੰਦੇ ਨੇ। ਜਗ੍ਹਾ ਬਦਲੀ ਗਈ ਹੈ। ਪਹਿਲਾਂ ਸਿਸਵਾ ਫਾਰਮ, ਫਿਰ ਖਰੜ ਚੰਨੀ ਸਾਹਿਬ ਦੇ ਘਰ ਅੱਗੇ, ਹੁਣ ਸੰਗਰੂਰ ਜਾਂ ਮੋਹਾਲੀ। ਕਿ ਧਰਨੇ ਲਗਾ ਕੇ ਜਦੋਂ ਸਰਕਾਰਾਂ ਨੂੰ ਜਾਗਰੂਕ ਕਰਾਇਆ ਜਾਂਦਾ ਹੈ, ਉਸ ਤੋਂ ਬਾਅਦ ਕਈ ਸਿਆਸੀ ਲੀਡਰ ਵੀ ਧਰਨੇ ਵਿੱਚ ਆ ਕੇ ਬੈਠ ਜਾਂਦੇ ਨੇ ਕਿ ਤੁਹਾਡੇ ਮਸਲੇ ਹੱਲ ਕਰਾਂਗੇ। ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਧਰਨਿਆਂ ਦੇ ਵਿੱਚ ਦਿਖਾਈ ਦਿੰਦੀ ਸੀ, ਲੋਕਾਂ ਦੇ ਨਾਲ ਧਰਨਿਆਂ ਵਿੱਚ ਜਾਂਦੀ ਸੀ। ਜਿੱਥੇ ਧਰਨਾ ਹੁੰਦਾ ਸੀ, ਪ੍ਰੋਟੈਸਟ ਹੁੰਦਾ ਸੀ, ਜਾ ਕੇ ਬੈਠ ਜਾਂਦੇ ਸਨ। ਐਮਐਲਏ ਵੀ ਤੁਹਾਡੇ ਮਸਲੇ ਹੱਲ ਕਰਾਂਗੇ। ਹਰੇ ਪੈਨ ਦੀ ਵੀ ਗੱਲ ਆਉਂਦੀ ਹੈ। ਭਗਵੰਤ ਮਾਨ ਕਹਿੰਦੇ ਸੀ ਜਦੋਂ ਵੀ ਮੁੱਖ ਮੰਤਰੀ ਬਣ ਗਏ, ਹਰਾ ਪੈਨ ਪਹਿਲਾ ਕੰਮ ਉਹੀ ਹੋਊਗਾ ਕਿ ਬੇਰੁਜ਼ਗਾਰੀ ਵਾਸਤੇ ਜੋ ਬੇਰੁਜ਼ਗਾਰ ਨੇ, ਹਰੇ ਪੈਨ ਦੇ ਨਾਲ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ। ਸਰਕਾਰ ਬਣੇ ਨੂੰ ਲਗਭਗ 1 ਮਹੀਨਾ ਹੋ ਚੁੱਕਿਆ, ਪਰ 1 ਮਹੀਨੇ ਦਰਮਿਆਨ ਮੀਟਿੰਗਾਂ ਵੀ ਹੋ ਗਈਆਂ। ਸਿੱਖਿਆ ਮੰਤਰੀ ਮੀਤਹਿਰ ਦੇ ਨਾਲ ਇੱਕ ਮੀਟਿੰਗ ਹੋਈ ਸੀ। ਉਸ ਤੋਂ ਬਾਅਦ ਘਰ ਦੇ ਸਾਹਮਣੇ ਪ੍ਰੋਟੈਸਟ ਵੀ ਹੋਏ ਨੇ ਵੀ ਸਾਡੀ ਗੱਲ ਸੁਣੋ। ਯਾਨੀ ਕਿ 1158 ਜੋ ਟੀਚਰ ਨੇ ਉਹਨਾਂ ਦੀ ਗੱਲ ਸੁਣਿਆ ਜਾਵੇ, ਪ੍ਰੋਫੈਸਰ ਜੋ ਨੇ ਉਹਨਾਂ ਦੀ ਗੱਲ ਸੁਣੀ ਜਾਵੇ, ਪਰ ਗੱਲ ਨਹੀਂ ਸੁਣੀ। ਉਸ ਤੋਂ ਬਾਅਦ ਅੱਜ ਪੰਜਾਬ ਦੇ 6 ਜਗ੍ਹਾ ਦੇ ਉੱਤੇ ਪ੍ਰੋਟੈਸਟ ਚੱਲ ਰਹੇ ਕਿ ਕਿਉਂ ਨਹੀਂ ਇਹਨਾਂ ਦੀ ਗੱਲ ਸੁਣੀ ਜਾ ਰਹੀ। ਪਿਛਲੀ ਸਰਕਾਰ ਨੇ ਕਈ ਜੋ ਸਰਕਾਰੀ ਪ੍ਰੋਫੈਸਰ ਸਨ ਉਹਨਾਂ ਨੂੰ ਪੱਕਾ ਕਰ ਦਿੱਤਾ ਸੀ, ਅਪਾਇੰਟਮੈਂਟ ਵੀ ਲੈ ਦਿੱਤੀ ਸੀ, ਪਰ ਉਸ ਤੋਂ ਬਾਅਦ ਜੁਆਇਨਿੰਗ ਨਹੀਂ ਹੋਈ, ਤਨਖਾਹਾਂ ਅਕਾਊਂਟ ਵਿੱਚ ਨਹੀਂ ਆਈਆਂ ਸਨ। ਅਤੇ ਸਾਡੇ ਨਾਲ ਇਹਨਾਂ ਵਿੱਚੋਂ ਉਹ ਸ਼ਖਸ ਕਈ ਹੈਗੇ ਨੇ ਜਿਹੜੇ ਅੱਜ ਵੀ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਨੌਕਰੀ ਮਿਲੂਗੀ। ਗੱਲਬਾਤ ਆਪਾਂ ਕਰਾਂਗੇ, ਸਮੱਸਿਆ ਕੀ ਹੈ, ਕਿਉਂ ਇਹ ਸੜਕਾਂ ਦੇ ਚੌਰਾਹੇ ਦੇ ਉੱਤੇ ਆ ਕੇ ਖੜੇ ਨੇ। ਭਾਜੀ ਪਹਿਲਾਂ ਮੇਰਾ ਸਵਾਲ ਇਹ ਹੈ ਕਿ 1158 ਜੋ ਪ੍ਰੋਫੈਸਰ ਨੇ, ਇਹ ਦੱਸ ਦਿਓ ਇਹਦੀਆਂ ਭਰਤੀਆਂ ਕਿਹੜੀਆਂ ਹੋਈਆਂ ਸੀ ਔਰ ਕਿਵੇਂ ਤੁਹਾਨੂੰ ਭਰਤੀ ਵਾਸਤੇ ਕਿਹਾ ਗਿਆ ਸੀ? ਹਾਂਜੀ, ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ 26 ਸਾਲਾਂ ਤੋਂ ਕੋਈ ਭਰਤੀ ਨਹੀਂ ਹੋਈ ਸੀ।
ਤਾਂ ਪਿਛਲੇ ਸਾਲ ਅਸੀਂ ਜਦੋਂ ਪ੍ਰੋਟੈਸਟ ਕੀਤੇ ਤਾਂ ਸਰਕਾਰ ਨੂੰ ਮਜਬੂਰ ਹੋਣਾ ਪਿਆ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਦੀ ਭਰਤੀ ਕੱਢਣ ਵਿੱਚ ਲਈ। ਤਾਂ ਨਵੰਬਰ ਦੇ ਵਿੱਚ ਇਹ ਭਰਤੀ ਨਿਕਲੀ ਸੀ ਚੰਨੀ ਸਰਕਾਰ ਵੇਲੇ, ਤੇ ਉਹ ਜਿਹੜੀ ਭਰਤੀ ਕੋਰਟ ਦੇ ਵਿੱਚ ਲਟਕ ਗਈ ਆ, ਤੇ ਹੋਰ ਕਈ ਜਿਹੜੇ ਉਹਦੇ ਇਸ਼ੂ, ਉਹਦੇ ਟੈਕਨੀਕਲ ਇਸ਼ੂਜ਼ ਨੂੰ ਲੈ ਕੇ ਸਰਕਾਰ ਨੇ ਉੱਤੇ ਇੱਕ ਵਾਰ ਰੋਕ ਲਗਾਈ ਹੋਈ ਆ, ਪਰ ਉਹਦੇ ਵਿੱਚ ਸਾਡੀ ਕੋਈ ਗਲਤੀ ਨਹੀਂ। ਅਸੀਂ ਚੁਣੇ ਹੋਏ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਉਹ ਆਂਗੇ ਜਿਹੜੀਆਂ ਸਰਕਾਰ ਨੇ ਐਡਵਰਟਾਈਜ਼ਮੈਂਟ 'ਚ ਸ਼ਰਤਾਂ ਲਿਖੀਆਂ, ਜੋ ਵੀ ਪੇਪਰ ਲਿਆ, ਟੈਸਟ ਲਿਆ, ਅਸੀਂ ਉਹਨੂੰ ਮੈਟ ਦੇ ਨਾਲ ਪਾਸ ਕੀਤਾ, ਤਾਂ ਸਾਡਾ ਉਹਦੇ 'ਚ ਕਿਤੇ ਵੀ ਕਸੂਰ ਨਹੀਂ ਹੈਗਾ। ਪਰ ਸਾਨੂੰ ਇਹ ਪਹਿਲੀ ਭਰਤੀ, ਇੱਕ ਗੱਲ ਹੋਰ ਦੱਸਣਾ ਚਾਹਾਂਗਾ ਪੰਜਾਬ ਦੀ, ਜਿਹਨੇ ਮਿਲੇ ਹੋਏ ਕੱਚੇ ਪੱਕੇ ਰੁਜ਼ਗਾਰ ਨੂੰ ਬੇਰੁਜ਼ਗਾਰ ਕਰਤਾ। ਜਿਹੜੇ ਰੁਜ਼ਗਾਰ ਪ੍ਰਾਪਤ ਵਿਅਕਤੀ ਸੀਗੇ ਕਿਸੇ ਸਕੂਲਾਂ 'ਚ ਜਾਂ ਕਾਲਜਾਂ 'ਚ ਕੱਚੀ ਨੌਕਰੀ ਤੇ ਜਾਂ ਪੱਕੀ ਨੌਕਰੀ ਤੇ, ਉਹਨਾਂ ਨੂੰ ਰਿਜ਼ਾਈਨ ਦੇ ਕੇ ਇੱਥੇ ਜੁਆਇਨ ਕਰਵਾਇਆ ਗਿਆ। ਤਾਂ ਇਹ ਪਹਿਲੀ ਭਰਤੀ ਬਣ ਗਈ ਜਿਹਨੇ ਰੁਜ਼ਗਾਰ ਨੂੰ ਖੋਹ ਕੇ ਇੱਕ ਬੇਰੁਜ਼ਗਾਰ ਕਰ ਦਿੱਤਾ ਗਿਆ। ਹਾਂਜੀ, ਤਨਖਾਹਾਂ ਆਈਆਂ ਜੋ ਪੱਕੇ ਭਰਤੀ ਹੋ ਚੁੱਕੇ ਨੇ? ਨਹੀਂ ਜੀ, ਨਾ 2 ਦਸੰਬਰ ਤੋਂ 2 ਤੇ 3 ਦਸੰਬਰ ਨੂੰ ਜੁਆਇਨਿੰਗ ਕਰਵਾਈ ਗਈ, ਪਰ ਅਜੇ ਵੀ ਅਸੀਂ ਅਪ੍ਰੈਲ ਆ ਗਿਆ, ਅੱਧ ਲੰਘ ਗਿਆ, ਤੇ ਅਜੇ ਤੱਕ ਉਹ ਤਨਖਾਹ ਨੂੰ ਉਡੀਕ ਰਹੇ ਅੱਧੇ ਵਿਅਕਤੀ, ਤੇ ਅੱਧਿਆਂ ਦੀਆਂ ਅਜੇ ਲਿਸਟਾਂ ਤੱਕ ਜਾਰੀ ਨਹੀਂ ਕਰੀਆਂ ਗਈਆਂ। ਕਿੰਨੇ ਪੱਕੇ ਹੋ ਗਏ ਸੀ? 608 ਦੇ ਕਰੀਬ ਵਿਅਕਤੀਆਂ ਦੀਆਂ ਉਹਨਾਂ ਨੇ ਜੁਆਇਨਿੰਗ ਕਰਵਾ ਲਈਆਂ ਗਈਆਂ ਸੀਗੀਆਂ, ਤੇ ਬਾਕੀ 550 ਦੇ ਕਰੀਬ ਅਜੇ ਲਿਸਟਾਂ ਦਾ ਇੰਤਜ਼ਾਰ ਕਰ ਰਹੇ, ਤੇ 608 ਨੂੰ ਅਜੇ ਤਨਖਾਹਾਂ ਨਹੀਂ ਮਿਲ ਰਹੀਆਂ। ਸਰਕਾਰੀ ਤੌਰ ਤੇ ਜੁਆਇਨ ਕਰਵਾਇਆ ਗਿਆ ਸੀ, ਉਹ ਜਿੱਥੇ ਕੱਚੇ ਮੁਲਾਜ਼ਮ ਬਣ ਕੇ ਤੁਸੀਂ ਨੌਕਰੀ ਕਰਦੇ ਸੀ, ਕਿ ਉੱਥੋਂ ਵੀ ਰਿਜ਼ਾਈਨ ਦਵਾ ਕੇ ਪੱਕੇ ਕੀਤਾ ਗਿਆ? ਹਾਂਜੀ, ਜਿੱਥੋਂ ਅਸੀਂ ਪਹਿਲਾਂ ਕਿਸੇ ਹੋਰ ਸਕੂਲਾਂ, ਕਾਲਜਾਂ ਜਾਂ ਕਿਤੇ ਵੀ ਸੰਸਥਾ 'ਚ ਜੌਬ ਕਰ ਰਹੇ ਸੀ, ਉੱਥੋਂ ਰਿਜ਼ਾਈਨ ਦਵਾ ਕੇ ਨਵੀਂ ਸਰਕਾਰ ਤੇ ਸਾਨੂੰ ਜਿਹੜੀ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਸਾਨੂੰ ਬਕਾਇਦਾ ਪ੍ਰੋਪਰ ਢੰਗ ਨਾਲ ਸਾਨੂੰ ਜੁਆਇਨ ਕਰਵਾਇਆ ਗਿਆ। ਹੁਣ ਅਹਿਮ ਸਵਾਲ ਹੈ ਕਿ ਸਰਕਾਰ ਆ ਜਾਂਦੀ ਹੈ ਆਮ ਆਦਮੀ ਪਾਰਟੀ ਦੀ, ਇਹੋ ਕਿ ਪਿਛਲੇ ਸਰਕਾਰ ਵੇਲੇ ਜੋ ਚਰਚਾ ਕੀਤੀ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਕਿਸੇ ਮੰਤਰੀ ਨੂੰ ਮਿਲਿਓ ਤੁਸੀਂ? ਮੇਥੇਰ ਦਾ ਵੀ ਨਾਮ ਲਿਆ ਜੋ ਸਿੱਖਿਆ ਮੰਤਰੀ ਨੇ, ਕੀ ਗੱਲਬਾਤ ਹੋਈ ਸੀ? ਅਸੀਂ ਮੇਥੇਰ ਨੂੰ, ਅਸੀਂ ਉਹਨਾਂ ਨੂੰ ਜਿਹੜੀ ਇਹ ਭਰਤੀ ਹੋਣ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਨੂੰ ਲਗਾਤਾਰ ਅਸੀਂ ਮਿਲਦੇ ਰਹੇ ਹਾਂ। ਉਹਨਾਂ ਨੇ ਸਾਨੂੰ ਰਿਕਾਰਡਿੰਗ ਕਰਕੇ ਵੀਡੀਓ ਤੱਕ ਦਿੱਤੀਆਂ, ਆਪਣੇ ਉਹਨਾਂ ਨੇ ਫੇਸਬੁੱਕ ਪੇਜਾਂ ਤੇ ਚੈਨਲਾਂ ਤੋਂ ਪਾਈਆਂ ਕਿ ਇਹਨਾਂ ਪ੍ਰੋਫੈਸਰਾਂ ਤੇ ਲਾਇਬ੍ਰੇਰੀਆਂ ਦੀ ਗੱਲ ਬਿਲਕੁਲ ਜਾਇਜ਼ ਆ, ਸਾਡੀ ਸਰਕਾਰ ਆਊਗੀ ਤਾਂ ਅਸੀਂ ਪਹਿਲੇ ਦਿਨ ਇਹਨਾਂ ਦੀ ਸਮੱਸਿਆ ਦਾ ਹੱਲ ਕਰਾਂਗੇ। ਅਸੀਂ ਸਰਕਾਰ ਬਣਨ ਤੋਂ ਬਾਅਦ ਵੀ ਮੁੱਖ ਮੰਤਰੀ ਸਾਹਿਬ ਦੇ ਆਫਿਸ ਦੇ ਵਿੱਚ ਮੰਗ ਪੱਤਰ ਦਿੱਤਾ, ਅਸੀਂ ਸਾਰੇ ਡੀਸੀਜ਼ ਨੂੰ ਜ਼ਿਲ੍ਹਿਆਂ ਦੇ ਨੂੰ ਉੱਥੇ ਅਸੀਂ ਮੰਗ ਪੱਤਰ ਦਿੱਤੇ ਆ ਕਿ ਸਾਨੂੰ ਇਹਨਾਂ ਨਾਲ ਗੱਲ ਕਰਨ ਦਾ ਸਮਾਂ ਤਾਂ ਦਿਵਾਇਆ ਜਾਵੇ। ਨਾ ਸਾਨੂੰ ਸਿੱਖਿਆ ਮੰਤਰੀ, ਨਾ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਨੂੰ ਕੋਈ ਸਮਾਂ ਨਹੀਂ ਦੇ ਰਹੇ ਹੈਗੇ। ਤਾਂ ਅਸੀਂ ਇਹਨਾਂ ਨੂੰ ਲਗਾਤਾਰ, ਇਹਨਾਂ ਦੇ ਮੇਥੇਰ ਜੀ ਨੂੰ ਮੰਤਰੀ ਬਣਨ ਸਾਰ ਅਸੀਂ ਮਿਲੇ ਸੀ, ਉਹ ਕਹਿ ਰਹੇ ਸੀ ਕਿ ਮੈਂ ਅੱਜ ਹੀ ਤਾਂ ਬਣਿਆਗਾ, ਤੇ ਮੈਂ ਬੜੀ ਜਲਦੀ ਤੁਹਾਨੂੰ ਹਫ਼ਤੇ 10 ਦਿਨ ਦੇ ਵਿੱਚ ਤੁਹਾਨੂੰ ਮੁਲਾਕਾਤ ਦਾ ਖੁੱਲ੍ਹਾ ਸਮਾਂ ਦਿੰਨਾ। ਪਰ ਅਸੀਂ ਉਹਨਾਂ ਦੀਆਂ ਕੋਠੀਆਂ ਦੇ ਬਾਹਰ ਬੈਠ ਕੇ ਵੀ ਆ ਗਏ ਹਾਂ, ਵੇਟ ਕਰਕੇ, ਪਰ ਸਾਨੂੰ ਜਾਣ ਬੁੱਝ ਕੇ ਇਗਨੋਰ ਕੀਤਾ ਜਾ ਰਿਹਾ, ਸਾਨੂੰ ਮਿਲਣ ਤੱਕ ਦਾ ਸਮਾਂ ਨਹੀਂ ਹੈਗਾ ਉਹਨਾਂ ਕੋਲ। ਤੁਹਾਡੇ ਲਈ ਕੀ ਬਦਲਿਆ? ਪਹਿਲਾਂ ਸਿਸਵਾ ਫਾਰਮ ਤੇ ਬਾਹਰ ਜਾਂਦੇ ਰਹੇ ਹੋ, ਫਿਰ ਚੰਨੀ ਸਾਹਿਬ ਦੇ ਘਰ ਦੇ ਬਾਹਰ ਜਾਂਦੇ ਰਹੇ ਹੋ ਖਰੜ ਵਿੱਚ, ਹੁਣ ਸੰਗਰੂਰ, ਮੋਹਾਲੀ ਵਿੱਚ ਭਗਵੰਤ ਮਾਨ ਦੇ ਘਰ ਦੇ ਬਾਹਰ ਪ੍ਰੋਟੈਸਟ ਕਰ ਰਹੇ ਹੋ। ਤੁਹਾਡੇ ਵਾਸਤੇ ਕੀ ਬਦਲਾਅ ਆਇਆ? ਸਾਡੇ ਵਾਸਤੇ ਹੁਣ ਸੜਕਾਂ ਹੀ ਬਦਲੀਆਂ ਗਈਆਂ ਕਿ ਕਿਹੜੇ ਸ਼ਹਿਰ ਦੀਆਂ। ਜਿੱਦਾਂ ਤੁਸੀਂ ਆਪ ਹੀ ਦੱਸਿਆ ਕਿ ਪਹਿਲਾਂ ਅਸੀਂ ਬਾਦਲਾਂ ਵੇਲੇ ਉਹਨਾਂ ਦੇ ਬਠਿੰਡਾ 'ਚ ਕਰਦੇ ਰਹੇ, ਲੰਬੀ 'ਚ ਜਾਂਦੇ ਰਹੇ, ਫਿਰ ਉਸ ਤੋਂ ਬਾਅਦ ਚੰਨੀ ਸਾਹਿਬ ਆ ਗਏ, ਕੈਪਟਨ ਵੇਲੇ ਆ ਗਏ, ਹੁਣ ਬਸ ਅਸੀਂ ਸੰਗਰੂਰ ਜਾਂ ਮੇਥੇਰ ਦੇ ਬਰਨਾਲਾ ਤੱਕ ਜਾਵਾਂਗੇ। ਬਰਨਾਲੇ ਦੀਆਂ ਟੈਂਕੀਆਂ ਸਾਡਾ ਇੰਤਜ਼ਾਰ ਕਰ ਰਹੀਆਂ ਜਾਂ ਸੰਗਰੂਰ ਦੀਆਂ ਟੈਂਕੀਆਂ ਸਾਡਾ ਇੰਤਜ਼ਾਰ ਕਰ ਰਹੀਆਂ। ਸਾਡੇ ਲਈ ਸ਼ਹਿਰ ਬਦਲਿਆ, ਹੋਰ ਕੁਝ ਨਹੀਂ ਬਦਲਿਆ, ਸਾਡੀ ਹਾਲਤ ਪਹਿਲਾਂ ਤੋਂ ਵੀ ਬਦਤਰ ਹੋਈ ਆ। ਕੀ ਬਦਲਿਆ ਤੁਹਾਨੂੰ? ਕੀ ਲੱਗਦਾ ਤੁਹਾਡੇ ਵਾਸਤੇ ਕੀ ਬਦਲਿਆ? ਜਿਵੇਂ ਹੁਣ ਭਾਜੀ ਨੇ ਗੱਲ ਕੀਤੀ ਹੈ ਕਿ ਸੜਕਾਂ ਸਾਡੇ ਲਈ ਬਦਲ ਗਈਆਂ, ਸ਼ਾਇਦ ਬਦਲ ਗਏ ਧਰਨਿਆਂ ਵਾਲੇ। ਬਸ ਕੁਰਸੀਆਂ ਤੇ ਉੱਤੇ ਜਿਹੜੇ ਨੁਮਾਇੰਦੇ ਬੈਠੇ ਨੇ, ਉਹਨਾਂ ਦੇ ਚਿਹਰੇ ਬਦਲੇ ਨੇਗੇ, ਉਹਨਾਂ ਦੀ ਗੱਲਾਂ ਨਹੀਂ ਬਦਲੀਆਂ, ਉਹਨਾਂ ਦੇ ਕੰਮ ਨਹੀਂ ਬਦਲੇ। ਬਾਈ ਜੀ, ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ, ਜਿਵੇਂ ਹੁਣ ਇਹ ਭਗਵੰਤ ਮਾਨ ਜੀ ਨੇ ਗੱਲ ਕਹੀ ਹੈ ਵੀ ਬਾਹਰਲੇ ਲੋਕ ਇੱਥੇ ਨੌਕਰੀ ਲੈਣ ਆਇਆ ਕਰਨਗੇ, ਤੁਸੀਂ ਐਂ ਦੱਸੋ ਵੀ ਅਸੀਂ ਆਪਦੀ ਨੌਜਵਾਨ ਪੀੜ੍ਹੀ ਨੂੰ ਕੀ ਕਹੀਏ ਵੀ ਉਹ ਇੱਥੇ ਰੋਜ਼ਗਾਰ ਪ੍ਰਾਪਤ ਕਰਨ ਪੜ੍ਹ ਕੇ, ਕਿ ਬਾਹਰ ਜਾਣ? ਜਦੋਂ ਅਸੀਂ 35-40 ਸਾਲਾਂ ਦੇ ਅੱਜ ਅਸੀਂ ਹੋ ਗਏ, ਅੱਜ ਅਸੀਂ ਸੜਕਾਂ ਤੇ ਖੜੇ ਆਂਗੇ, ਅਸੀਂ ਨਵੀਂ ਪਨੀਰੀ ਨੂੰ ਕਿਵੇਂ ਕਹਿ ਸਕਦੇ ਵੀ ਉੱਥੇ ਆਪਦੀ ਜ਼ਿੰਦਗੀ ਖਰਾਬ ਕਰਨ? ਅਸੀਂ ਆਪ ਚਾਹੁੰਦੇ ਹਾਂ ਵੀ ਉਹ ਬਾਹਰ ਜਾਣ, ਘੱਟੋ ਘੱਟ ਬਾਹਰਲੇ ਦੇਸ਼ 'ਚ ਉਹਨਾਂ ਨੂੰ ਰੋਟੀ ਜੋਗੇ ਪੈਸਾ ਦਿੰਦੇ ਨੇ, ਅਸੀਂ ਤਾਂ ਸੜਕਾਂ ਤੇ ਫਿਰ ਰਹੇ ਹਾਂਗੇ, ਸਾਨੂੰ ਕੀ ਮਿਲ ਰਿਹਾ? ਸਾਡੀ ਕੀ ਗਲਤੀ ਸੀਗੀ ਵੀ ਅਸੀਂ ਪੜ੍ਹੇ, ਵੀ ਅਸੀਂ ਪੜ੍ਹਾਈਆਂ ਕਰਕੇ, ਅਸੀਂ ਟੈਸਟ ਕਲੀਅਰ ਕਰਕੇ, ਅਸੀਂ ਇੰਨੀ ਮਿਹਨਤਾਂ ਕਰਕੇ ਅਸੀਂ ਟੈਸਟ ਕਲੀਅਰ ਕਰ ਦਿਆਂਗੇ, ਅਸੀਂ ਫਿਰ ਇੱਥੇ ਖੜ ਦਿਆਂਗੇ ਵੀ ਇਹੀ ਸਾਨੂੰ ਪੰਜਾਬ ਦੇ ਰਿਹਾ ਹੈਗਾ? ਕਿਸਾਨ ਰੋਲ ਰਿਹਾ, ਕਿਹੜਾ ਤਬਕਾ ਨਹੀਂ ਰੋਲ ਰਿਹਾ? ਇੱਥੇ ਹਰ ਇਨਸਾਨ ਰੋਲ ਰਿਹਾ ਹੈਗਾ, ਕਿਸੇ ਦੀ ਕੋਈ ਮੰਗ ਨਹੀਂ ਪੂਰੀ ਹੁੰਦੀ। ਜਾਇਜ਼ ਮੰਗਾਂ ਲੈ ਕੇ ਅਸੀਂ ਅੱਜ ਇੱਥੇ ਪ੍ਰੋਟੈਸਟ ਕਰਨ ਆਏ ਆਂਗੇ, ਇਹ ਸਾਡੀ ਸ਼ੁਰੂਆਤ ਹੈ, ਤੇ ਜੇ ਸਾਨੂੰ ਸਾਡੇ ਹੱਕ ਨਾ ਮਿਲੇ ਫਿਰ ਅਸੀਂ ਅੱਗੇ ਤੱਕ ਵੀ ਜਾਵਾਂਗੇ। ਇੱਕ ਹੋਰ ਵੀ ਸਵਾਲ ਅਹਿਮ ਹੁੰਦਾ ਕਿ ਲਗਾਤਾਰ ਤੁਸੀਂ ਪ੍ਰੋਟੈਸਟ ਕਰਦੇ ਆ ਰਹੇ ਹੋ, ਇੱਕ ਪਾਸੇ ਤੁਹਾਡੀ ਉਮਰ ਜਿਹੜੀ ਹੈ ਉਹ ਲੰਘਦੀ ਜਾ ਰਹੀ ਹੈ ਨੌਕਰੀਆਂ ਲੈਣ ਵਾਸਤੇ, ਜੇ ਕੱਲ੍ਹ ਉਮਰ ਲੰਘ ਜਾਂਦੀ ਹੈ ਕਿ ਸਰਕਾਰ ਭਰਤੀ ਕਰੂਗੀ ਤੁਹਾਨੂੰ, ਅੱਜ ਤੁਹਾਡੀ ਗੱਲ ਨਹੀਂ ਸੁਣੀ ਜਾ ਰਹੀ। ਤੁਹਾਨੂੰ ਕੀ ਲੱਗਦਾ ਸਾਨੂੰ ਸਰਕਾਰ ਤੋਂ ਕੋਈ ਉਮੀਦ ਹੈਗੀ ਹੈ? ਮੈਨੂੰ 12 ਸਾਲ ਹੋ ਗਏ, ਮੈਂ ਮਾਡਲ ਸਕੂਲ 'ਚ ਜੌਬ ਕਰ ਰਹੀ ਹੈਗੀ ਐਜ਼ ਅ ਲਾਇਬ੍ਰੇਰੀਅਨ। ਅਸੀਂ 12 ਸਾਲਾਂ ਦੇ ਕੱਚੇ ਹਾਂ, ਸਰਕਾਰਾਂ ਬਦਲ ਗਈਆਂ, ਸਾਨੂੰ ਪੱਕੇ ਨਹੀਂ ਕੀਤਾ ਗਿਆ, ਹਰੇਕ ਸਰਕਾਰ ਸਾਨੂੰ ਲਾਰਾ ਲਾ ਕੇ ਗਈ। ਅੱਜ ਫਿਰ ਅਸੀਂ ਟੈਸਟ ਕਲੀਅਰ ਕੀਤਾ,
ਮੈਂ 40 ਸਾਲ ਦੀ ਹੋ ਗਈ, ਮੈਂ 40 ਸਾਲ ਦੀ ਹੋ ਕੇ ਨਵੇਂ ਬੱਚਿਆਂ ਨਾਲ ਕੰਪੀਟੀਸ਼ਨ ਕਰਕੇ ਮੈਂ ਫਰਸਟ ਪੋਜੀਸ਼ਨ ਲਈ ਲਾਇਬ੍ਰੇਰੀ ਸਾਇੰਸ ਦੇ ਸਬਜੈਕਟ ਦੇ ਵਿੱਚੋਂ, ਪਰ ਮੈਂ ਅੱਜ ਇੱਥੇ ਹੈਗੀ। ਕੀ ਮਿਲਿਆ ਸਾਨੂੰ ਜ਼ਿੰਦਗੀ 'ਚ? ਮੈਂ ਆਪਦੇ ਬੱਚਿਆਂ ਨੂੰ ਕਦੇ ਵੀ ਨਹੀਂ ਕਹੂੰਗੀ ਪੰਜਾਬ 'ਚ ਰਹਿਣਾ। ਉਹ ਅਸੀਂ ਕਿਵੇਂ ਕਹੀਏ ਉਹਨਾਂ ਨੂੰ? ਭਗਵੰਤ ਮਾਨ ਸਟੇਟਮੈਂਟ ਦਿੰਦੇ ਨੇ ਅੰਗਰੇਜ਼ ਇੱਥੇ ਆ ਕੇ ਨੌਕਰੀ ਕਰਨਗੇ, ਤੁਹਾਨੂੰ ਤਾਂ ਨੌਕਰੀਆਂ ਮਿਲੀਆਂ ਨਹੀਂ ਹੋ। ਉਹੀ ਉਹੀ ਸਵਾਲ ਮੈਂ ਕਰ ਰਹੀ ਹਾਂ ਭਗਵੰਤ ਮਾਨ ਜੀ ਨੂੰ। ਤੁਸੀਂ ਬਾਹਰਲੇ ਲੋਕਾਂ ਨੂੰ ਨੌਕਰੀਆਂ ਦੇ ਰਹੇ ਹੋ, ਤੁਸੀਂ ਸਾਨੂੰ ਕਿਉਂ ਨਹੀਂ ਦਿੰਦੇ? ਜਿਹੜੇ ਅਸੀਂ ਇੱਥੇ ਬੈਠੇ ਹਾਂ ਸਾਨੂੰ ਕਿਉਂ ਨਹੀਂ ਜੌਬ ਦੇ ਰਹੇ? ਸਾਡਾ ਕੀ ਕਸੂਰ ਹੈ? ਇੱਕ ਐਡਵਰਟੀਜ਼ਮੈਂਟ ਆਉਂਦੀ ਹੈ, ਅਸੀਂ ਉਸੇ ਦਿਨ ਤੋਂ ਮੈਂ ਆਪਣੀਆਂ ਸਾਰੀਆਂ ਅਰਨ ਲੀਵ ਲੈ ਕੇ ਤਿਆਰੀ ਕਰਨੀ ਸ਼ੁਰੂ ਕਰ ਦਿੰਦੀ ਹੈਗੀ। ਮੈਂ ਆਪਣੇ ਬੱਚਿਆਂ ਨੂੰ, ਪਰਿਵਾਰ ਨੂੰ ਇਗਨੋਰ ਕਰ ਰਹੀ ਹੈਗੀ। ਠੀਕ ਹੈ, ਮੇਰਾ ਕਸੂਰ ਇਹੀ ਹੈ, ਮੈਂ ਪੜ੍ਹੀ, ਮੈਂ ਟੈਸਟ ਕਲੀਅਰ ਕੀਤਾ, ਸਾਡਾ ਕੀ ਕਸੂਰ ਹੈਗਾ? ਕੋਈ ਕਿਸੇ ਚੀਜ਼ 'ਚ ਕੋਈ ਕਮੀ ਪੇਸ਼ੀ ਹੈ? ਮੈਂ ਤਾਂ ਜਿਹੜੇ ਪਟੀਸ਼ਨਰ ਨੇਗੇ ਸਾਡੇ ਭੈਣ ਭਾਈ ਨੇ, ਉਹ ਜਿਹੜੇ ਕੋਰਟ ਦੇ ਵਿੱਚ ਗਏ ਨੇ, ਮੈਂ ਕਹਿੰਦੀ ਹਾਂ, ਮੈਂ ਤਾਂ ਉਹਨਾਂ ਨੂੰ ਵੀ ਕਹਿਣੀ ਹੈਗੀ, ਜੇ ਕੋਈ ਕਮੀ ਪੇਸ਼ੀ ਕਿਤੇ ਰਹਿ ਗਈ ਤੁਸੀਂ ਸਰਕਾਰ ਨੂੰ ਆਪਾਂ ਗੱਲ ਕਰੋ, ਅਸੀਂ ਵੀ ਰਲ ਮਿਲ ਕੇ ਗੱਲ ਕਰਦੇ ਹਾਂ। ਆਪਾਂ ਕਹਿਣੇ ਵੀ ਇਹਨਾਂ ਨੂੰ ਭਰਤੀ ਕਰਾਉਣ ਤੋਂ ਪਹਿਲਾਂ, ਇਹਨਾਂ ਦੀ ਭਰਤੀ ਪੂਰੀ ਹੋਣ ਤੋਂ ਪਹਿਲਾਂ ਵੀ ਆਹ ਕਮੀਆਂ ਨੇ ਪੂਰੀਆਂ ਕਰ ਲਓ। ਠੀਕ ਹੈ, ਅਸੀਂ ਵੀ ਉਹਨਾਂ ਦੇ ਭੈਣ ਭਰਾ ਆਂਗੇ, ਸਭ ਦੇ ਅਸੀਂ ਇੱਕੋ ਜਿਹੇ ਆਂਗੇ। ਉਹ ਵੀ ਸਾਡੇ ਵਰਗੇ ਨੇ, ਅਸੀਂ ਵੀ ਉਹਨਾਂ ਵਰਗੇ ਆਂਗੇ, ਹੈ ਨਾ। ਜਿੱਥੇ ਕੋਈ ਕਮੀ ਪੇਸ਼ੀ ਰਹਿ ਗਈ ਉਹਨੂੰ ਪੂਰਾ ਕੀਤਾ ਜਾਵੇ, ਨਾ ਕਿ ਕਿਸੇ ਭਰਤੀ ਨੂੰ ਕੈਂਸਲ ਖਤਮ ਕਰਵਾਓ ਜਾਂ ਕੁਝ ਇਦਾਂ ਦੀ ਸੋਚ ਰੱਖੀ ਅਸੀਂ। ਸਾਨੂੰ ਸਭ ਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਕਿ ਤਾਂ ਕਿ ਕੋਈ ਨਾ ਕੋਈ ਭਰਤੀ ਸਿਰੇ ਚੜ੍ਹੇ। ਅੱਛਾ, ਕਿ ਕੁਰਸੀਆਂ ਬਦਲੀ ਜਾਂਦੀਆਂ ਨੇ, ਚਿਹਰੇ ਬਦਲੇ ਜਾਂਦੇ ਨੇ, ਜੋ ਉਸ ਕੁਰਸੀ ਉੱਤੇ ਆ ਕੇ ਬੈਠ ਜਾਂਦਾ ਕਿ ਉਸ ਨੂੰ ਪਤਾ ਲੱਗ ਜਾਂਦਾ ਨਹੀਂ ਹੁਣ ਮੈਂ ਉਹੀ ਕੰਮ ਕਰਨੇ ਨੇ ਜੋ ਮੈਨੂੰ ਚੰਗੇ ਲੱਗਦੇ ਨੇ, ਨਾ ਕਿ ਲੋਕਾਂ ਨੂੰ। ਤੁਸੀਂ ਐਂ ਦੇਖੋ, ਜਿਹੜੇ ਚੁਟਕਲੇ ਪਹਿਲਾਂ ਸੁਖਵੀਰ ਬਾਦਲ ਬੋਲਦੇ ਹੁੰਦੇ ਸੀਗੇ, ਉਹੀ ਚੁਟਕਲੇ ਹੁਣ ਬਾਹਰਲੇ ਲੋਕ ਇੱਥੇ ਆ ਕੇ ਨੌਕਰੀਆਂ ਕਰਨਗੇ। ਪਹਿਲਾਂ ਸੁਖਵੀਰ ਬਾਦਲ ਕੈਲੀਫੋਰਨੀਆ ਬਣਾਉਣ ਲੱਗੇ ਹੋਏ ਸੀ, ਤੁਹਾਨੂੰ ਨਹੀਂ ਲੱਗਦਾ ਸੇਮ ਚੁਟਕਲੇ ਉਹੀ ਰਿਪੀਟ ਹੋ ਰਹੇ ਨੇਗੇ? ਕੀ ਬਦਲਾਅ ਆਇਆ? ਹਜੇ ਤੱਕ ਤਾਂ ਅਸੀਂ ਉਹਨਾਂ ਦੇ ਮੂੰਹ ਵੱਲ ਦੇਖ ਰਹੇ ਹਾਂ ਵੀ ਸਾਨੂੰ ਕਦੇ ਬੁਲਾਉਣਗੇ, ਸਾਡੀ ਸਮੱਸਿਆ ਸੁਣਨਗੇ। ਈਵਨ ਕਿ ਉਹਨਾਂ ਨੂੰ ਤਾਂ ਖੁਦ ਨੂੰ ਹੱਲ ਕਰਨਾ ਚਾਹੀਦਾ। ਉਹਨਾਂ ਨੂੰ ਸਾਰੇ ਪੰਜਾਬ ਦਾ ਪਤਾ ਹੈ ਵੀ ਕਿੱਥੇ ਕੀ ਹੋ ਰਿਹਾ ਹੈਗਾ। ਅਸੀਂ ਫਿਰ ਵੀ ਸੜਕਾਂ 'ਤੇ ਆ ਕੇ ਅਸੀਂ ਆਪਦੀ ਆਵਾਜ਼ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂਗੇ। ਤਾਂ ਉਹਨਾਂ ਨੂੰ ਚਾਹੀਦਾ ਨਹੀਂ ਕਿ ਸਾਡੀ ਆਵਾਜ਼ ਸੁਣਨ, ਸਾਡੀ ਪ੍ਰੋਬਲਮ ਕੀ ਹੈ, ਸਾਡੀ ਹੱਲ ਕਰਨ। ਅਸੀਂ ਇੱਕ ਤਰੀਕੇ ਨਾਲ ਆਪਣਾ ਟਾਈਮ, ਕੀਮਤੀ ਟਾਈਮ, ਅਸੀਂ ਰਿਸੋਰਸਿਸ, ਪੈਸਾ, ਸਭ ਕੁਝ ਅਸੀਂ ਖਰਾਬ ਕਰ ਰਹੇ ਹਾਂਗੇ। ਅਸੀਂ ਸਾਰੇ ਇੱਥੇ ਕੀ ਕਰ ਰਹੇ ਹਾਂਗੇ? ਸਾਨੂੰ ਆਪਾਂ ਆਪਣੇ ਫੈਮਿਲੀ ਦੇ ਵਿੱਚ ਕੋਈ ਕੁਆਲਿਟੀ ਟਾਈਮ ਸਪੈਂਡ ਕਰਨਾ ਚਾਹੀਦਾ ਸੀ, ਕਿਸੇ ਹੋਰ ਪਾਸੇ ਕੁਝ ਚੰਗਾ ਕਰਨ ਦੇ ਲਈ ਇਹ ਟਾਈਮ ਯੂਜ਼ ਕਰਨਾ ਚਾਹੀਦਾ ਸੀ ਨਾ। ਅੱਛਾ, ਇੱਕ ਹੋਰ ਵੀ ਸਵਾਲ ਹੈ ਕਿ 300 ਯੂਨਿਟ ਫ੍ਰੀ ਹੈ ਬਿਜਲੀ, ਤਾਂ ਬੱਸਾਂ ਲਈ ਮੁਫਤ ਸਫ਼ਰ ਔਰਤਾਂ ਵਾਸਤੇ ਅਕਾਊਂਟ ਵਿੱਚ 1000 ਰੁਪਏ ਆ ਜਾਂਦਾ, ਫਿਰ ਵਾਕਈ ਤੁਹਾਨੂੰ ਨੌਕਰੀ ਦੀ ਲੋੜ ਹੈਗੀ ਹੈ ਕਿ ਮੁਫਤ ਦੀਆਂ ਸਹੂਲਤਾਂ ਦੀ ਲੋੜ ਹੈ? ਸਾਨੂੰ ਕੋਈ ਮੁਫਤ ਦੀ ਸਹੂਲਤ ਨਹੀਂ ਚਾਹੀਦੀ। ਅਸੀਂ ਕਹਿੰਦੇ ਸਾਨੂੰ ਰੋਜ਼ਗਾਰ ਦਿਓ, ਅਸੀਂ ਬਿਜਲੀ ਦੇ ਬਿੱਲ ਭਰਾਂਗੇ, ਅਸੀਂ ਸਫ਼ਰ ਕਰਾਂਗੇ ਤਾਂ ਅਸੀਂ ਪੈਸੇ ਵੀ ਦੇਵਾਂਗੇ, ਅਸੀਂ ਸਾਰਾ ਕੁਝ ਕਰਾਂਗੇ। ਸਾਨੂੰ ਰੋਜ਼ਗਾਰ ਦਿਓ, ਅਸੀਂ ਸਿਰਫ ਰੋਜ਼ਗਾਰ ਮੰਗਦੇ ਆਂਗੇ, ਸਾਨੂੰ ਕੁਝ ਵੀ ਫ੍ਰੀ 'ਚ ਨਹੀਂ ਚਾਹੀਦਾ। ਪਰ ਇੱਕ ਸਵਾਲ ਹੈ ਕਿ ਮੁਫਤ ਵਿੱਚ ਦੇ ਕੇ ਤੁਹਾਡੇ ਕੋਲ ਨੌਕਰੀਆਂ ਖੋਲ੍ਹੀਆਂ ਗਈਆਂ ਨੇ ਜਾਂ ਮੁਫਤ ਕਹਿ ਕੇ ਤੁਹਾਨੂੰ ਨੌਕਰੀਆਂ ਮਿਲਣੀਆਂ ਨਹੀਂ? ਮੁਫਤ ਕੁਛ ਨਹੀਂ ਮਿਲਦਾ ਇਸ ਦੁਨੀਆ 'ਚ। ਮੁਫਤ ਵੀ ਉਹ ਇੱਕ ਕੰਨ ਫੜ ਕੇ ਦੂਜੇ ਕੰਨ ਵਿੱਚ ਦੀ ਉਹ ਗੱਲ ਕਰਦੇ ਆਗੇ ਕਿ ਉਹ ਸਾਡੇ ਹੀ ਪੈਸੇ ਆ, ਉਹਨਾਂ ਨੇ ਕੋਈ ਆਪਣੀ ਜੇਬ 'ਚੋਂ ਦਿੱਤਾ। MLA ਆਪਣੀ ਜੇਬ 'ਚੋਂ ਦੇਣਗੇ, ਉਹ ਪੰਜਾਬ ਦੇ ਲੋਕਾਂ ਦਾ ਹੀ ਟੈਕਸ ਹੈਗਾ। ਪੰਜਾਬ ਦੇ ਲੋਕਾਂ ਤੋਂ ਉਹ ਬਿਜਲੀ ਮੁਫਤ ਕਰਨਗੇ ਤਾਂ ਕੋਈ ਹੋਰ ਚੀਜ਼ ਮਹਿੰਗੀ ਕਰ ਦੇਣਗੇ। ਪੈਟਰੋਲ ਮਹਿੰਗਾ ਕਰ ਰਹੇ ਆ, ਉਹ ਲੋਕਾਂ ਤੋਂ ਹੀ ਪੈਸਾ ਲੈ ਕੇ ਲੋਕਾਂ ਨੂੰ ਮੂਰਖ ਬਣਾਉਣ ਦੀਆਂ ਚਾਲਾਂ ਹੁੰਦੀਆਂ। ਉਹ ਕੁਝ ਨਹੀਂ ਹੁੰਦਾ ਮੁਫਤ ਵੀ। ਮੁਫਤ ਇਹ ਨਾ ਦੇਣਾ ਚਾਹੁੰਦੀਆਂ, ਨਾ ਇਹਨਾਂ ਨੇ ਕਦੇ ਦਿੱਤਾ ਗਾ। ਤਾਂ ਸਾਡੀ ਜਿਹੜੀ ਗੱਲ ਹੈਗੀ, ਇਹ ਲੁਭਾਵਨੇ ਨਾਅਰੇ ਹੁੰਦੇ ਆ ਵੋਟਾਂ ਲੈਣ ਲਈ, ਜਾਂ ਵੋਟਾਂ ਲੈਣ ਤੋਂ ਬਾਅਦ ਸੱਤਾ 'ਚ 5 ਸਾਲ ਬਣੇ ਰਹਿਣ ਲਈ। ਇਹ ਲੁਭਾਵਨੇ ਨਾਅਰੇ ਹੁੰਦੇ ਆ ਤਰ੍ਹਾਂ ਦੇ। ਇੱਕ ਨਾਅਰੇ ਨਾਲ ਇਹ 2-4 ਮਹੀਨੇ ਕੱਢਦੇ ਆ, ਫਿਰ ਨਵਾਂ ਲੋਗੋ ਜਾਂ ਨਵਾਂ ਨਾਅਰਾ ਲੈ ਆਉਂਦੇ ਆ। ਇਹ ਸਿਰਫ ਇੱਕ ਇਹਨਾਂ ਦੇ ਨਾਅਰੇ ਹੈਗੇ। ਹਰੇ ਪੈਨ ਦੀ ਗੱਲ ਤੁਹਾਨੂੰ ਯਾਦ ਹੋਣਾ ਹੈ, ਸਟੇਟਮੈਂਟ ਆਈ ਸੀ ਹਰਾ ਪੈਨ ਚੱਲੂਗਾ ਬੇਰੁਜ਼ਗਾਰਾਂ ਦੇ ਹੱਕ ਦੇ ਵਿੱਚ। ਫਿਰ ਤੁਹਾਡੇ ਲਈ ਕਿ ਵਾਕਈ ਪੈਨ ਨਹੀਂ ਚੱਲਿਆ ਹਰਾ? ਨਹੀਂ, ਹਜੇ ਤੱਕ ਤਾਂ ਚੱਲਿਆ ਨਹੀਂਗਾ। ਤੇ ਜਿਹੜੀ ਉਹਨਾਂ ਨੇ ਕਿਹਾ ਵੀ ਸੀਗਾ, ਉਹ ਇੱਕ ਵਾਅਦਾ ਹੈਗਾ, ਇੱਕ ਲਾਰਾ ਹੈਗਾ। ਮੈਂ ਜਿਵੇਂ ਕੱਲ੍ਹ ਵੀ ਇਹਨਾਂ ਨੇ ਰਿਪੋਰਟ ਕਾਰਡ ਜਾਰੀ ਕੀਤਾ, ਉਹਦੇ 'ਚ ਦਾਅਵੇ ਕੀਤੇ ਜਾ ਰਹੇ ਆ ਕਿ ਮੁਲਾਜ਼ਮ ਪੱਕੇ ਕਰਾਂਗੇ, ਅਸੀਂ ਆਹ ਭੱਤੇ ਦੇਵਾਂਗੇ। ਉਹ ਤਾਂ ਤੁਸੀਂ ਚੋਣਾਂ ਤੋਂ ਪਹਿਲਾਂ ਵੀ ਕਰ ਰਹੇ ਸੀਗੇ। ਮਤਲਬ ਵਾਅਦੇ ਦੇ ਦਾਅਵਿਆਂ ਨਾਲ ਹਰਾ ਪੈਨ ਨਹੀਂ ਨਾ। ਹਰਾ ਪੈਨ ਤਾਂ ਜਿੱਦੇ ਨੋਟੀਫਿਕੇਸ਼ਨ ਜਾਰੀ ਹੋਊਗਾ ਸਾਡੀ ਭਰਤੀ ਨੂੰ ਸਿਰੇ ਚੜਾਉਣ ਦਾ, ਉਸ ਦਿਨ ਅਸੀਂ ਕਹਾਂਗੇ ਕਿ ਹਰਾ ਪੈਨ ਸਾਡੀ ਭਰਤੀ ਨਹੀਂ, ਬਾਕੀ ਵੀ ਜਿਹੜੀਆਂ ਲਟਕੀਆਂ ਹੋਈਆਂ ਭਰਤੀਆਂ ਜਾਂ ਹੋਰ ਜਿਹੜੇ ਲਟਕੇ ਹੋਏ ਮਸਲੇ ਆ ਬੇਰੁਜ਼ਗਾਰਾਂ ਦੇ, ਉਹਨਾਂ ਦੇ ਲਈ ਜਦੋਂ ਹਰਾ ਪੈਨ ਨੋਟੀਫਿਕੇਸ਼ਨ ਜਾਰੀ ਹੋਊਗਾ ਉਦੋਂ ਹਰਾ ਪੈਨ ਚੱਲਿਆ ਮੰਨਿਆ ਜਾਊਗਾ। ਉਹਨਾਂ ਚਿਰ ਉਹ ਸਿਰਫ ਇੱਕ ਲਾਰੇ ਆ। ਤੁਸੀਂ ਵੀਰੇ ਅੱਜ ਪ੍ਰੋਟੈਸਟ ਕਰ ਰਹੇ ਹੋ, ਤੁਸੀਂ ਵੀ ਨੌਕਰੀ ਲੈਣ ਵਿੱਚ ਖੜੇ ਹੋ। ਭਾਈ ਸਾਹਿਬ ਦੀ ਦਾੜੀ ਚਿੱਟੀ ਹੋ ਗਈ ਹੈ, ਪ੍ਰੋਟੈਸਟ ਕਰਦੇ ਆਪਣਾ ਹੱਕ ਮੰਗਦੇ। ਲੱਗਦਾ ਤੁਹਾਡੀ ਵੀ ਕੱਲ੍ਹ ਨੂੰ ਦਾੜੀ ਚਿੱਟੀ ਹੋ ਜਾਏਗੀ, ਵਾਲ ਚਿੱਟੇ ਹੋ ਜਾਣਗੇ ਪ੍ਰੋਟੈਸਟ ਕਰਦੇ ਸੜਕਾਂ ਦੇ ਉੱਤੇ? ਸਰ ਫਿਲਹਾਲ ਤਾਂ ਸਾਨੂੰ ਇਦਾਂ ਹੀ ਲੱਗ ਰਿਹਾ ਕਿ ਜਿੱਦਾਂ ਸਰ ਦੀ ਭਰਤੀ ਲਟਕੀ ਹੋਈ ਆ 5 ਮਹੀਨਿਆਂ ਤੋਂ, ਕਿ ਤਰੀਕ ਤੇ ਤਰੀਕ ਪੈਂਦੀ ਆ, ਉਸ ਤੋਂ ਬਾਅਦ ਕਿ ਉਹਦੇ ਵਿੱਚ ਕੋਈ ਮਸਲਾ ਚਲੋ ਬਾਕੀ ਤਾਂ ਗੱਲਾਂ ਆਪਾਂ ਇਗਨੋਰ ਕਰ ਦਿੰਦੇ ਆ ਕਿ ਹਾਈ ਕੋਰਟ ਦੇ ਨਾਂ ਤੇ ਸਰਕਾਰ ਨਿਕਲ ਜਾਂਦੀ ਹੈ ਕਿ ਹਾਈ ਕੋਰਟ ਦਾ ਸਟੇ ਆ। ਤੇ ਬਾਕੀ ਨਾ ਤਾਂ ਕਿਸੇ ਲਿਸਟਾਂ ਆਪਣਾ ਆਊਟ ਕਰਨ ਤੇ ਕੋਈ ਸਟੇ ਆ, ਨਾ ਕੋਈ ਇਹ ਆ ਕਿ ਤੁਸੀਂ ਪੇ ਨਹੀਂ ਤਾਂ ਦੇ ਸਕਦੇ, ਨਾ ਕੋਈ ਇਹ ਤੇ ਸਟੇ ਆ। ਸਾਨੂੰ ਪੇ ਤਾਂ ਦੇ ਸਕਦੀ ਹੈ ਨਾ, ਸਾਨੂੰ ਉਹਨਾਂ ਨੇ ਬੇਰੁਜ਼ਗਾਰ ਕਿਉਂ ਕੀਤਾ? ਅਸੀਂ ਤਾਂ ਆਪਣਾ ਕੰਮ ਕਰ ਰਹੇ ਸੀ ਨਾ। ਬਾਕੀ ਗੱਲ ਰਹੀ ਮੁੱਦਿਆਂ ਦੀ, ਜਿਹੜੀ ਵੀ ਸਰਕਾਰ ਆਉਂਦੀ ਆ ਸਕੂਲ ਦੇ ਮੁੱਦੇ ਨੂੰ ਚੱਕਦੀ ਆ। ਮੰਨਦੇ ਆ ਕਿ ਸਕੂਲ ਦਾ ਮੁੱਦਾ ਵੀ ਇੱਕ ਅਹਿਮ ਮੁੱਦਾ, ਲੇਕਿਨ ਜੇ ਤੁਸੀਂ ਹਾਇਰ ਐਜੂਕੇਸ਼ਨ ਨੂੰ ਪ੍ਰਮੋਟ ਹੀ ਨਾ ਕਰੋਗੇ, ਇੱਥੇ ਯੂਥ ਹੀ ਨਾ ਰਿਹਾ,
ਤਾਂ ਕਿ ਅਗਲੀ ਜਨਰੇਸ਼ਨ ਜਦੋਂ ਇੱਥੇ ਜੰਮੀ ਨਾ ਪੰਜਾਬ ਦੇ ਵਿੱਚ ਕਿ ਤੁਸੀਂ ਸਕੂਲਾਂ ਦਾ ਕਰੋਗੇ ਕਿ ਮੈਨੂੰ ਇਹ ਦੱਸੋ ਕਿ ਸਕੂਲ ਬਣਵਾਈ ਜਾਂਦੇ ਆ ਤੁਸੀਂ, ਨੋ ਡਾਊਟ ਠੀਕ ਗੱਲ ਆ, ਪਰ ਅਗਲੀ ਜਨਰੇਸ਼ਨ ਤਾਂ ਹੈ ਹੀ ਨਹੀਂ ਪੰਜਾਬ ਕੋਲੇ, ਸਾਰੇ ਤਾਂ ਬਾਹਰ ਜਾ ਰਹੇ ਆ। ਜਦੋਂ ਹਾਇਰ ਐਜੂਕੇਸ਼ਨ ਕੋਈ ਕਾਲਜ ਨਹੀਂ ਹੈਗਾ ਪੜ੍ਹਨ ਲਈ, ਕੋਈ ਫੀਸ ਨਹੀਂ ਪੇ ਕਰ ਸਕਦਾਗਾ, ਕੋਈ ਵੋਕੇਸ਼ਨਲ ਕਾਲਜਸ ਨਹੀਂ ਹੈਗੇ ਜਿਹਦੇ ਨਾਲ ਤੁਸੀਂ ਅੱਗੇ ਜੌਬ ਕਰ ਸਕੋ, ਤੁਹਾਨੂੰ ਜਿਹਦੇ ਆਸਰੇ ਤੁਹਾਨੂੰ ਜੌਬ ਮਿਲ ਸਕੇ, ਤਾਂ ਅਗਲੀ ਜਨਰੇਸ਼ਨ ਨਹੀਂ ਹੈਗੀ ਤੇ ਫਿਰ ਤੁਸੀਂ ਸਕੂਲਾਂ ਦਾ ਵੀ ਕੀ ਕਰਨਾ ਜਦੋਂ ਕੋਈ ਜਨਰੇਸ਼ਨ ਹੀ ਨਹੀਂ ਆ ਰਹੀ ਪੰਜਾਬ ਦੇ ਵਿੱਚ। ਜਨਰੇਸ਼ਨ ਬਾਹਰ ਜਾ ਰਹੀ ਹੈ ਤੁਹਾਡੇ ਵਰਗੇ, ਤੇ ਮੈਂ ਹੁਣ ਜਿਵੇਂ ਜ਼ਿਕਰ ਕਰ ਹੀ ਰਿਹਾ ਸੀ, ਤੁਹਾਡੇ ਵਾਲ ਚਿੱਟੇ ਹੋਣਗੇ ਕਿ ਖੜ ਖੜ ਕੇ ਇੱਥੇ ਚੌਂਕਾਂ 'ਚ। ਸਰ ਇਹ ਇਕੱਲੇ ਉਮਰ ਨਾਲ ਨਹੀਂ ਹੋਏ, ਪੜ੍ਹਨ ਨਾਲ ਵੀ ਹੋਏ ਆ। ਦਿਨ ਰਾਤ ਅਸੀਂ ਪੜ੍ਹੇ ਆ, ਲਾਇਬ੍ਰੇਰੀਆਂ 'ਚ ਬੈਠੇ ਆ। ਜਦੋਂ ਆਪਣੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋਇਆ 16 17 18 ਘੰਟੇ ਅਸੀਂ ਪੜ੍ਹਦੇ ਰਹੇ ਆ ਤੇ ਵੈਲ ਕੁਆਲੀਫਾਈਡ ਬੰਦੇ ਆ, ਸਾਰੇ PhDਆਂ ਕਰ ਰਹੇ ਸੀ, ਕੋਈ PhD ਪੂਰੀ ਆ। ਸੋ ਇਹ ਇਕੱਲੇ ਇਹ ਨਹੀਂ ਹੈ ਕਿ ਇਕੱਲੀ ਉਮਰ ਨਾਲ ਤਾਂ ਚਿੱਟੇ ਹੁੰਦੇ ਵੀ ਆ, ਸਾਡੇ ਡਿਪਰੈਸ਼ਨ ਨਾਲ ਜੋ ਅਸੀਂ ਇੰਨੀ ਪੜ੍ਹਾਈ ਕੀਤੀ ਉਹਦੇ ਨਾਲ ਵੀ ਸਾਡੇ ਤੇ ਅਸਰ ਹੋਇਆ ਚੀਜ਼ਾਂ ਦਾ। ਅੱਗੇ ਭਾਈ ਹੁਣ ਕੀ ਹੈ, ਜੇ ਸੁਣਵਾਈ ਨਾ ਹੋਈ, ਜੋ ਪੱਕੇ ਮੁਲਾਜ਼ਮ ਕੀਤੇ ਗਏ ਨੇ ਤਨਖਾਹਾਂ ਨਾ ਆਈਆਂ, ਜੇ ਕੇਸ ਜੋ ਚੱਲਦੇ ਪਏ ਨੇ ਕੋਰਟ ਦੇ ਵਿੱਚ ਉਹਦਾ ਹੱਲ ਨਾ ਹੋਇਆ, ਅੱਗੇ ਕੀ ਕਰੋਗੇ? ਅੱਗੇ ਇਹੀ ਹੈ ਜੀ ਕਿ ਲੋਕਾਂ ਨੂੰ ਸਰਕਾਰਾਂ ਦੀ ਧੌਣ ਤੇ ਗੋਡਾ ਰੱਖਣਾ ਆਉਂਦਾਗਾ। ਜੇ ਸਰਕਾਰਾਂ ਨੂੰ ਇਹ ਵਹਿਮ ਆ ਕਿ ਅਸੀਂ ਲੂੰਬੜ ਚਾਲਾਂ ਨਾਲ ਲੋਕਾਂ ਨੂੰ 70 ਸਾਲ ਮੂਰਖ ਬਣਾ ਲਿਆ, ਹੁਣ ਉਹ ਲੋਕ ਨਹੀਂ ਰਹੇਗੇ। ਅਸੀਂ ਵੀ ਅੱਜ ਪਹਿਲਾਂ ਆਪਣਾ ਫਰੰਟ ਬਣਾਇਆ ਹੋਇਆ, ਅਸੀਂ ਅੱਜ ਪੰਜਾਬ ਨੂੰ 6 ਜ਼ੋਨਾਂ 'ਚ ਵੰਡ ਕੇ ਉੱਥੇ ਇੱਕ ਸਿੰਬੋਲਿਕ ਪ੍ਰੋਟੈਸਟ ਅੱਜ ਸ਼ੁਰੂਆਤ ਕੀਤੀ ਆ। ਅਸੀਂ ਇਹਨੂੰ ਸੜਕਾਂ ਘੇਰਨ ਤੱਕ ਜਾਵਾਂਗੇ, CM ਦੇ ਹਾਊਸ ਤੱਕ ਜਾਵਾਂਗੇ, ਅਸੀਂ ਇਹਨਾਂ ਦਾ ਬਾਹਰ ਨਿਕਲਣਾ ਬੰਦ ਕਰ ਦੇਵਾਂਗੇ। ਜਿਵੇਂ ਅਸੀਂ ਪੋਸਟਾਂ ਜੇ ਕਢਵਾ ਸਕਦੇ ਹਾਂ, ਜਦੋਂ ਅਸੀਂ ਪੰਜਾਬ ਕਾਂਗਰਸ ਦੇ ਸਰਕਾਰ ਦੇ ਵੇਲੇ ਉਹਨਾਂ ਦੇ ਸ਼ਹਿਰਾਂ ਵਿੱਚ ਜਾ ਕੇ, ਪਟਿਆਲਾ ਦੇ ਵਿੱਚ ਜਾ ਕੇ ਉਹਨਾਂ ਦੇ ਰੁਜ਼ਗਾਰ ਮੇਲਿਆਂ ਦੀ ਫੂਕ ਕੱਢੀ ਹੋਈ ਆ, ਅਸੀਂ ਉਹਨਾਂ ਦੇ ਮਹਿਲਾਂ ਨੂੰ ਘੇਰਿਆ ਹੋਇਆ। ਜੇ ਅਸੀਂ ਧੌਣ ਤੇ ਗੋਡਾ ਰੱਖ ਕੇ 26 ਸਾਲਾਂ ਬਾਅਦ ਪੋਸਟਾਂ ਕਢਵਾ ਸਕਦੇ ਹਾਂ ਤਾਂ ਸਾਨੂੰ ਬਚਾਉਣੀਆਂ ਵੀ ਆਉਂਦੀਆਂ, ਲੋਕਾਂ ਨੂੰ ਬਚਾਉਣੀਆਂ ਵੀ ਆਉਂਦੀਆਂ। ਤਾਂ ਸਾਡੀ ਇਹ ਮੰਗ ਲੋਕਾਂ ਨਾਲ ਵੀ ਆ ਕਿ ਉਹ ਸਾਡਾ ਸਾਥ ਦੇਣ, ਕਿਉਂਕਿ ਇਹ ਇਕੱਲੀ ਭਰਤੀ ਦਾ ਮਸਲਾ ਨਹੀਂ, ਮੈਂ ਵਾਰ-ਵਾਰ ਕਹਿ ਰਿਹਾ, ਇਹ ਸਰਕਾਰੀ ਐਜੂਕੇਸ਼ਨ ਨੂੰ ਬਚਾਉਣ ਦਾ ਮਸਲਾ, ਕਿਉਂਕਿ ਸਰਕਾਰੀ ਕਾਲਜਾਂ 'ਚ ਗਰੀਬਾਂ ਦੇ, ਪਿੰਡੂਆਂ ਦੇ, ਦਲਿਤਾਂ ਦੇ ਬੱਚੇ ਪੜ੍ਹਦੇ ਆ, ਉਹਨਾਂ ਦੀ ਐਜੂਕੇਸ਼ਨ ਨੂੰ ਬਚਾਉਣ ਦਾ ਮਸਲਾ, ਇਕੱਲੀ ਭਰਤੀ ਨੂੰ ਸਿਰੇ ਚੜਾਉਣ ਦਾ ਮਸਲਾ ਨਹੀਂ ਆ। ਫਿਰ ਤੁਸੀਂ ਜਿਵੇਂ ਕਹਿ ਰਹੇ ਸੀ ਟੈਂਕੀਆਂ ਤਾਂ ਸਾਡੇ ਕੋਲ ਹੈਗੀਆਂ ਹੀ ਨੇ, ਫਿਰ ਟੈਂਕੀਆਂ ਚੜ੍ਹ ਜਾਓਗੇ ਦੁਬਾਰਾ? ਬਿਲਕੁਲ ਜੀ, ਹੁਣ ਅਸੀਂ ਟੈਂਕੀਆਂ ਤੋਂ ਵੀ ਅਗਲੇ ਕੋਈ ਹੋਰ ਸਟੈਪ ਸੋਚਾਂਗੇ ਕਿ ਜਿਨ੍ਹਾਂ ਨਾਲ ਅਸੀਂ, ਜਿੱਥੇ ਇਹਨਾਂ ਦੀਆਂ ਸਰਕਾਰਾਂ ਇਹ ਹੁਣ ਅਗਲੀਆਂ 5-6 ਸੂਬਿਆਂ ਵਿੱਚ ਪੰਜਾਬ ਨੂੰ, ਦਿੱਲੀ ਨੂੰ ਮਾਡਲ ਬਣਾ ਕੇ ਪੰਜਾਬ ਦਾ ਨਾਂ ਦੇ ਲੋਕਾਂ ਤੋਂ ਵੋਟਾਂ ਲਈਆਂ, ਹੁਣ ਪੰਜਾਬ ਨੂੰ ਮਾਡਲ ਬਣਾ ਕੇ ਇਹ ਹੋਰ ਸਟੇਟਾਂ 'ਚ ਗੱਲ ਕਰਨਗੇ। ਅਸੀਂ ਉਹਨਾਂ ਸਟੇਟਾਂ ਤੱਕ ਵੀ ਉੱਥੇ ਵੀ ਜਾਵਾਂਗੇ, ਉੱਥੇ ਵੀ ਦੱਸਾਂਗੇ, ਇਹਨਾਂ ਦੀ ਫੂਕ ਕੱਢਾਂਗੇ। ਜਿਵੇਂ ਇੱਥੇ ਦਿੱਲੀ ਦੇ ਪ੍ਰੋਫੈਸਰ ਆਏ ਸੀਗੇ, ਇੱਥੇ ਇਹਨਾਂ ਦੀ ਸਰਕਾਰ ਦੇ ਧਰਨਿਆਂ ਵਿੱਚ ਉਹ ਉਨੀ ਗਿਣਤੀ 'ਚ ਨਹੀਂ ਆਏਗੇ ਦੱਸਣ ਕਿ ਦਿੱਲੀ ਦੇ ਵਿੱਚ ਕੀ ਹਾਲ ਆ। ਅਸੀਂ ਪੰਜਾਬ ਦੇ ਲੋਕ ਹੋਰ ਸਟੇਟਾਂ 'ਚ ਜਾ ਕੇ ਵੀ ਦੱਸਾਂਗੇ ਕਿ ਪੰਜਾਬ ਦੇ ਪ੍ਰੋਫੈਸਰਾਂ ਨਾਲ ਇਹਨਾਂ ਨੇ ਕੀ ਕੀਤਾ ਗਾ। ਤੁਸੀਂ ਸਾਰੀ ਗੱਲ ਮੈਂ ਸੁਣੀ ਹੈ, ਪਿਛਲੇ 26 ਸਾਲ ਵਿੱਚ ਭਰਤੀਆਂ ਨਿਕਲੀਆਂ ਸੀ ਪਿਛਲੇ ਸਾਲ, ਉਸ ਤੋਂ ਬਾਅਦ ਭਰਤੀਆਂ ਹੋ ਵੀ ਗਈਆਂ ਸੀ, ਸਰਕਾਰੀ ਨੌਕਰੀਆਂ ਵੀ ਮਿਲ ਗਈਆਂ ਸੀ, ਪਰ ਉਹਨਾਂ ਪ੍ਰੋਫੈਸਰਾਂ ਨੂੰ ਤਨਖਾਹ ਤੱਕ ਨਹੀਂ ਮਿਲੀ ਹੈ ਪਿਛਲੇ ਕਈ ਮਹੀਨਿਆਂ ਤੋਂ। ਤੇ ਫਿਰ ਦੁਬਾਰਾ ਪ੍ਰੋਟੈਸਟ ਸ਼ੁਰੂ ਕਰਨ ਜਾ ਰਹੇ ਨੇ। 1158 ਜੋ ਸਹਾਇਕ ਪ੍ਰੋਫੈਸਰ ਨੇ ਤੇ ਲਾਇਬ੍ਰੇਰੀਅਨ, ਉਹਨਾਂ ਦੀਆਂ ਪੋਸਟਾਂ ਨੂੰ ਲੈ ਕੇ ਦੁਬਾਰਾ ਫਿਰ ਇਹ ਬੇਰੁਜ਼ਗਾਰ ਸੜਕਾਂ ਦੇ ਉੱਤੇ ਨੇ। ਭਗਵੰਤ ਮਾਨ ਨੇ ਕਿਹਾ ਸੀ ਹਰਾ ਪੈਨ ਪਹਿਲਾਂ ਹੀ ਬੇਰੁਜ਼ਗਾਰਾਂ ਵਾਸਤੇ ਚੱਲੇਗਾ, ਪਰ ਇਹ ਬੇਰੁਜ਼ਗਾਰ ਸੜਕਾਂ ਦੇ ਉੱਤੇ ਮੌਜੂਦ ਨੇ। 6 ਜਗ੍ਹਾ ਦੇ ਉੱਤੇ ਪੰਜਾਬ 'ਚ ਪ੍ਰੋਟੈਸਟ ਹੋ ਰਹੇ ਨੇ। ਅਗਲਾ ਪ੍ਰੋਗਰਾਮ ਵੀ ਉਲੀਕਣਗੇ ਜੇ ਪੱਕੇ ਨਾ ਹੋਏ ਤੇ ਤਨਖਾਹਾਂ ਅਕਾਊਂਟ ਵਿੱਚ ਨਾ ਆਈਆਂ।